हाँ जी, YPS ਸਕੂਲ ਦੇ ਅਸੀਂ ਪੇਰੈਂਟਸ हैं। ਕੱਲ ਸਾਨੂੰ ਕੋਰਟ ਤੋਂ ਸਟੇ ਆਰਡਰ ਮਿਲ ਗਿਆ ਸੀਗਾ ਰਿਗਾਰਡਿੰਗ ਦਾ ਐਕਸਪਲਸ਼ਨ ਆਫ ਦਾ ਸਟੂਡੈਂਟ ਜਿਹੜੇ ਐਕਸਪੈਲ ਕੀਤੇ ਸੀਗੇ। ਅੱਜ ਸਵੇਰੇ ਅਸੀਂ ਸਕੂਲ ਤੇ ਆਏ ਹਾਂ। ਐਮੀਕੇਬਲੀ ਸਕੂਲ ਅਥਾਰਟੀਜ਼ ਨੂੰ ਕਿਹਾ ਹੈਗਾ ਕਿ ਉਹਨਾਂ ਨੇ ਬੱਚਿਆਂ ਨੂੰ ਆਉਣ ਨੂੰ ਡਿਨਾਈ ਕਰਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਅਕੋਰਡਿੰਗ ਆਹ ਆਰਡਰ ਸਾਡੇ ਵਾਸਤੇ ਕਲੀਅਰ ਨਹੀਂ ਹੈ। ਸਾਡੀ ਲੀਗਲ ਟੀਮ ਨਾਲ ਗੱਲ ਹੋ ਰਹੀ ਹੈ, ਆਹ ਆਰਡਰ ਉਹਨਾਂ ਲਈ ਕਲੀਅਰ ਨਹੀਂ ਹੈਗਾ। ਬਟ ਅਸੀਂ ਦੱਸਿਆ ਜਦ ਮਾਨਯੋਗ ਅਦਾਲਤ ਨੇ ਆਲਰੇਡੀ ਆਹ ਤੁਹਾਡੀ ਸਟੇ ਕਰਤੀ ਹੈ ਐਕਸਪੈਂਸ਼ਨ ਤੇ, ਬਟ ਇਹਨਾਂ ਨੂੰ ਆ ਮੰਨ ਨਹੀਂ ਰਹੇ ਹੈਗੇ। ਮੈਟਰ ਕੀ ਹੈ ਜੀ? ਥੋੜਾ ਮੈਟਰ ਦੱਸੋ ਨਾ। ਮੈਟਰ ਸਾਡਾ ਆਹ ਸ਼ੁਰੂ ਤੋਂ ਦੱਸੀਏ ਜਿਹੜਾ ਸੀਗਾ ਸਾਡਾ ਮੈਟਰ ਆਹ ਸੀਗਾ, ਡੇ ਬੋਰਡਿੰਗ ਦਾ ਮੈਟਰ ਸੀਗਾ ਜੀ। ਅਸੀਂ 5ਵੀਂ ਕਲਾਸ ਦੇ ਜਿਹੜੇ ਬੱਚੇ ਸੀਗੇ ਸਾਨੇ ਉਰੇ ਜਦ ਦਾਖਲ ਕਰਾਉਣ ਆਏ, ਸਾਡੇ ਕੋਲ ਦੋ ਆਪਸ਼ਨ ਸੀਗੇ। ਇਹਨਾਂ ਨੇ ਪਾਲਿਸੀ ਦਾ ਇੱਕ ਗੱਲ ਕੀਤੀ ਸੀਗੀ ਬੋਰਡਿੰਗ ਡੇ ਬੋਰਡਿੰਗ ਵਾਲੀ, ਜਿਹੜੀ ਸ਼ੁਰੂ ਹੋਈ ਸੀ 11 ਮਾਰਚ ਦਾ ਹੈਗਾ ਮੈਟਰ। ਇਹਨਾਂ ਨੇ ਸਾਨੂੰ ਸਕੂਲ 'ਚ ਇੱਕ ਦਿਨ 11 ਮਾਰਚ ਨੂੰ ਬੁਲਾ ਕੇ ਕਹਿਤਾ ਸੀਗਾ ਜੀ ਕਿ ਅਸੀਂ ਹੁਣ ਡੇ ਬੋਰਡਿੰਗ ਮਾਡਲ ਇੰਪਲੀਮੈਂਟ ਕਰਨ ਜਾ ਰਹੇ ਹੈਗੇ। ਡੇ ਬੋਰਡਿੰਗ ਮਾਡਲ ਦੀ ਇੰਪਲੀਮੈਂਟੇਸ਼ਨ ਵਾਸਤੇ ਅਸੀਂ ਇਹਨਾਂ ਨੂੰ ਦਰਖਾਸਤ ਦਿੱਤੀਆਂ ਕਿ ਹਲੇ ਅਸੀਂ ਕੋਈ ਕੰਸੈਂਟ ਨਹੀਂ ਦਿੱਤੀ ਹੈ, ਕੁਛ ਨਹੀਂ ਹੈ, ਇਹ ਇੰਪਲੀਮੈਂਟ ਨਹੀਂ ਹੋ ਸਕਦਾ ਹੈਗਾ। ਉਸ ਤੋਂ ਬਾਅਦ ਇਹਨਾਂ ਨੇ 22 ਮਾਰਚ ਨੂੰ ਸਾਨੂੰ ਚਿੱਠੀ ਕੱਢ ਕੇ ਬੁਲਾਇਆ ਸੀਗਾ ਕਿ ਡੇ ਸਕਾਲਰ ਦੀ ਤੁਸੀਂ ਡੇ ਸਕਾਲਰ ਆਓ, ਸਕੂਲ ਜੁਆਇਨ ਕਰੋ, 24 ਮਾਰਚ ਤੋਂ ਕਲਾਸਾਂ ਜੁਆਇਨ ਕਰ ਲਓ। ਅਸੀਂ ਹਫਤਾ ਕਲਾਸਾਂ ਜੁਆਇਨ ਕਰਕੇ ਅਸੀਂ ਉਸ ਤੋਂ ਬਾਅਦ ਆਪਣੀ ਫੀਸਾਂ ਭਰਾਈਆਂ। ਉਸ 'ਤੇ ਪਰਚੀ 'ਤੇ ਸਾਫ਼ ਲਿਖਿਆ ਆਇਆ ਸੀਗਾ ਕਿ ਤੁਹਾਡੀ ਡੇ ਸਕਾਲਰ ਦੀ ਫੀਸ ਭਰ ਲਿੱਤੀ ਗਈ ਹੈ। ਬਟ 1 ਅਪ੍ਰੈਲ ਨੂੰ ਇਹਨਾਂ ਨੇ ਇੱਕ ਚਿੱਠੀ ਜਾਰੀ ਕੀਤੀ ਸੀਗੀ ਕਿ ਹੁਣ ਅਸੀਂ ਡੇ ਬੋਰਡਿੰਗ ਮਾਡਲ ਇੰਪਲੀਮੈਂਟ ਕਰਾਂਗੇ ਗਰਮੀ ਦੀ ਛੁੱਟੀਆਂ ਤੋਂ ਬਾਅਦ 15 ਜੁਲਾਈ ਤੋਂ ਬਾਅਦ, ਕਿ ਆਦੀ ਕੰਸੈਂਟ ਤੁਸੀਂ ਦਿਓ। ਜੇ ਕੰਸੈਂਟ ਵੀ ਉਹਦੀ ਡੇਟ ਹੈ 20 ਤਰੀਕ ਤੱਕ, ਜੇ ਉਹ ਕੰਸੈਂਟ ਨਹੀਂ ਦਿੰਦੇ ਹੋ ਤਾਂ ਬੱਚਾ ਕੱਢ ਦਿੱਤਾ ਜਾਏਗਾ। ਬਟ ਜਿਹੜਾ ਸਾਡਾ ਇਹਨਾਂ ਨੇ ਸਾਨੂੰ ਐਡਮਿਸ਼ਨਾਂ ਕਰਾਈਆਂ ਸੀ ਡੇ ਸਕਾਲਰ ਕਹਿ ਕੇ, ਸਾਰੀ ਫੀਸਾਂ ਭਰਾਈਆਂ ਤੇ ਭਰਾਉਣ ਤੋਂ ਬਾਅਦ ਉਹਨਾਂ ਨੇ ਸਾਨੂੰ ਕੰਸੈਂਟ ਵਾਸਤੇ, ਉਸ ਤੋਂ ਬਾਅਦ ਅਸੀਂ 11 ਅਪ੍ਰੈਲ ਨੂੰ ਮਾਨਯੋਗ ਅਦਾਲਤ ਪਟਿਆਲਾ ਵਿੱਚ ਗਏ, ਆਪਣੀ ਅਪੀਲ ਦਾਅਵਾ ਕੀਤਾ, ਸਿਵਲ ਸੂਟ ਫਾਈਲ ਕੀਤਾ, ਆਪਣੀ ਸਾਰੀ ਦਰਖਾਸਤ ਸਾਡੇ ਲਾਇਰ ਸਾਹਿਬ ਅਮੀ ਜੈਨ ਜੀ ਨਾਲ ਉੱਥੇ ਕੇਸ ਅਸੀਂ ਦਾਖਲ ਕੀਤਾ। ਉਸਦੇ ਹੁਣ ਕੀ ਨਾਮ ਕੇਸ ਦੀ ਸਾਡੀ ਤਰੀਕਾ ਪੈਂਦੀ ਰਹੀਆਂ ਤੇ 20 ਤਰੀਕ ਨੂੰ ਜਾ ਕੇ ਇਹਨਾਂ ਨੇ ਕਹਿਤਾ ਕਿ ਜਿਹੜੇ ਬੱਚੇ ਹੁਣ ਰਹਿ ਗਏ ਹੈਗੇ ਆਹ ਸਾਨੂੰ ਕੰਸੈਂਟ ਦਿਓ, ਨਹੀਂ ਤਾਂ ਕੱਢ ਦਿੱਤੇ ਜਾਵਾਂਗੇ। ਫਿਰ 1 ਦਿਨ ਦਾ ਐਕਸਟੈਂਸ਼ਨ ਦਿੱਤਾ। 21 ਤਰੀਕ ਨੂੰ ਅਸੀਂ ਮਾਸਟਰ ਸਾਹਿਬ ਨੂੰ ਜਾ ਕੇ ਫਿਰ ਦਰਖਾਸਤ ਦਿੱਤੀ ਜੀ ਕਿ ਅਸੀਂ 7 ਸਾਲ ਤੋਂ ਤੁਹਾਡੇ ਨਾਲ ਪੜ੍ਹ ਰਹੇ ਹਾਂ, ਸਾਡਾ ਰਿਲੇਸ਼ਨਸ਼ਿਪ ਹੈ, 4 ਵਜੇ ਤੁਸੀਂ ਕਿਵੇਂ ਟਰਮੀਨੇਟ ਕਰ ਸਕਦੇ ਹੋ। ਕਿੰਨੇ ਬੱਚੇ 18 ਸਾਡੇ 30 ਸੀਗੇ, ਬਟ ਉਹਨਾਂ ਨੇ ਪ੍ਰੈਸ਼ਰ ਵਗੈਰਾ ਕਰਕੇ ਫਿਰ ਬਾਅਦ 'ਚ 18 ਰਹਿ ਗਏ ਸੀਗੇ। ਅਸੀਂ ਬੜੇ ਹੱਥ ਜੋੜ ਕੇ ਆ ਕਿ ਅਸੀਂ ਸਕੂਲ ਦੇ ਨਾਲ ਹੈ, ਕੋਆਪਰੇਟ ਕਰ ਰਹੇ ਹੈਗੇ ਸਿਸਟਮ ਦਾ, ਬਟ ਇਹਨਾਂ ਨੇ ਕੋਈ ਨਹੀਂ ਮੰਗੀ। ਰਾਤ ਨੂੰ ਸਾਨੂੰ 10:30 ਵਜੇ ਆ ਕੇ ਮੇਲ ਤੇ ਕਰਤਾ ਕਿ ਤੁਹਾਡੇ ਬੱਚੇ ਕੱਢ ਦਿੱਤੇ ਗਏ ਹੈ। 22 ਤਰੀਕ ਨੂੰ ਸਾਡੀ ਪੇਸ਼ੀ ਲੱਗੀ ਸੀ ਮਾਨਯੋਗ ਅਦਾਲਤ ਸਾਹਿਬ ਦੇ, ਉੱਥੇ ਗਏ ਤੇ ਉੱਥੇ ਅਸੀਂ ਸਾਰਾ ਆਪਣਾ ਮੁੱਦਾ ਦੱਸਿਆ ਕਿ ਅਸੀਂ ਇਸ ਤਰੀਕੇ ਨਾਲ ਕੱਢੇ ਗਏ ਹਾਂ। ਜਦ ਉਹਨਾਂ ਨੇ ਸਾਰੀ ਕੀਤੀ ਤਾਂ ਸ਼ਾਮ ਨੂੰ 4 ਵਜੇ ਜਾ ਕੇ ਸਟੇ ਦੇਤੀ ਇਸ ਮੈਟਰ ਤੇ ਇਹਨਾਂ ਦੇ ਵਕੀਲ ਸਾਹਿਬ ਕੋਲ ਸਭ ਪੇਸ਼ ਸੀਗੇ, ਸਭ ਦੀ ਨੌਲੇਜ ਹੈ। ਬਟ ਅੱਜ ਸਾਨੂੰ ਬੜਾ ਸ਼ੌਕਿੰਗ ਲੱਗਿਆ ਕਿ ਅਸੀਂ ਫੇਰ ਆ ਰਹੇ ਹਾਂ, ਕਹਿ ਰਹੇ ਹਾਂ ਕਿ ਜਿਹੜੀ ਆ ਆਰਡਰ ਹੈ ਸਾਡੇ ਵਾਸਤੇ ਆਰਡਰ ਕਲੀਅਰ ਨਹੀਂ ਹੈਗਾ। ਹੁਣ ਅਸੀਂ ਸਕੂਲ ਦੇ ਬਾਹਰ ਖੜੇ ਹਾਂ, ਅਸੀਂ ਵੀ ਆਪਣੇ ਲਾਇਰ ਸਾਹਿਬ ਨਾਲ ਗੱਲ ਕੀਤੀ ਹੈ, ਅਸੀਂ ਨੈਕਸਟ ਲਾਈਨ ਆਫ ਐਕਸ਼ਨ ਵਾਸਤੇ ਹੁਣ ਵੇਟ ਕਰ ਰਹੇ ਹੈਗੇ। ਬਟ 10 ਵਜੇ ਹੁਣ ਜਿਸ ਤਰ੍ਹਾਂ ਸਾਨੂੰ ਅਸੀਂ ਇਹ ਕੋਰਟ ਸ਼ਾਇਦ ਮੂਵ ਕਰੀਏ ਕੇਸ ਦੇ, ਜੇ ਸਾਨੂੰ ਅਲਾਉ ਨਹੀਂ ਕਰ ਰਹੇ, ਬੱਚੇ ਬਾਹਰ ਖੜੇ ਹੈਗੇ ਸੜਕ ਤੇ, ਅਸੀਂ ਬਿਲਕੁਲ ਖੜੇ ਹੈਗੇ। ਅਸੀਂ ਬਰਸਰ ਸਾਹਿਬ ਇਹਨਾਂ ਨਾਲ ਬੁਲਾ ਕੇ ਬੜੀ ਪਿਆਰ ਨਾਲ ਗੱਲ ਕੀਤੀ ਹੈ ਕਿ ਤੁਸੀਂ ਕਾਈਂਡਲੀ ਆਪਣੇ ਲਾਇਰ ਨੂੰ ਗੱਲ ਕਰ ਲਓ, ਜੇ ਕੋਈ ਮੁੱਦਾ ਹੈਗਾ ਦੇਖੋ, ਤੁਹਾਨੂੰ ਜੋ ਵੀ ਹੈਗਾ ਕਰੋ। ਬਟ ਉਹ ਕਹਿ ਰਹੇ ਕਿ ਸਾਨੂੰ ਆ ਆਰਡਰ ਦੀ ਕਲੈਰਿਟੀ ਨਹੀਂ ਹੈ, ਇਸ ਲਈ ਅਸੀਂ ਤੁਹਾਨੂੰ ਅਲਾਉ ਨਹੀਂ ਕਰ ਸਕਦੇ ਹੈਗੇ। ਕਿੰਨੇ ਬੱਚੇ ਬਾਹਰ ਖੜੇ? ਅਸੀਂ ਇਸ ਟਾਈਮ ਤਕਰੀਬਨ 18 ਬੱਚੇ ਬਾਹਰ ਖੜੇ ਹਾਂ ਪੇਰੈਂਟਸ ਦੇ ਨਾਲ, ਤੇ ਹੁਣ ਸਭ ਖੜੇ हैं रोड ਤੇ ਅਸੀਂ ਖੜੇ ਹੈਗੇ ਤੇ ਸਕੂਲ ਦੇ ਦਰਵਾਜ਼ੇ ਸਾਡੇ ਵਾਸਤੇ ਬੰਦ ਕਰ ਦਿੱਤੇ गए हैं। थैंक यू। और हमें माननीय न्यायालय का पूरा बहुत रिस्पेक्ट है, उनके ऑर्डर्स का बहुत रिस्पेक्ट है। जो भी माननीय न्यायालय कहेगा स्कूल को मानना ही है वो तो। और जो हमारा कल कोर्ट ऑर्डर आया है, एक जो भी ऑर्डर दिया है कोर्ट ने, उन्होंने 1 तारीख के लेटर के बारे में दिया है, जो 20 तारीख को हमारा इम्प्लीमेंट हो गया था। सर उसमें क्या था? एक बस उसमें डे बोर्डिंग और बोर्डिंग को ऑप्ट करने का था। इसके बाद जो हमने लेटर्स अपने पेरेंट्स को दिए थे 18, 19, 20 और 21, उसके बारे में कोर्ट माननीय न्यायालय ने कोई भी आदेश नहीं दिया है। तो क्योंकि उस पर कोई आदेश नहीं दिया है तो इसलिए जो है हम कोर्ट के ऑर्डर के अगेंस्ट नहीं जा सकते। जैसे कोर्ट हमें कहेगा हम उसको मानने, वो हमें मान्य होगा। पर सर आपकी तरफ से कंसेंट मांगा गया था टीचर्स बच्चों हाँ, तो वो सारी चीज़ें 20 तारीख को खत्म हो गई थी जो कंसेंट मांगा था ना, वो तो सब बोर्डिंग और डे बोर्डिंग भी हमने उनको 1 दिन का और एक्स्ट्रा म्याद देके 21 तारीख दे दी थी, ग्रेस पीरियड दिया उसमें। सर इसी के कारण एक्सपेल किया गया कि बच्चों के माँ बाप ने जो नहीं, जो बच्चे यहाँ जो रीजन क्या है उनको बाहर निकालेंगे? डे बोर्डिंग का ही की वजह से जो था, बट उसकी जो है
इम्प्लीमेंटेशन 20 तारीख को होगी थी, 21 तारीख को एक और लेटर हमने भेजा था। सर कोई और रास्ता हो सकता था बच्चों को बाहर ना निकाला जाता, क्योंकि पढ़ाई भी सफर कर रही है और बच्चे इस तरह से बाहर बैठे हैं सड़क के। पेरेंट्स जो है वो अपने बच्चों की अच्छी शिक्षा के लिए वो चाहते नहीं कि उनके बच्चों को अच्छी शिक्षा मिले, और वो चाहते हैं कि जो स्कूल अच्छे काम करना चाहता है उस वो ना करें। तो अगर पेरेंट्स अपने बच्चों की अच्छी शिक्षा नहीं चाहते हैं तो स्कूल कैसे उसके बीच में आ सर वो सकते हैं? इसीलिए बाहर बैठे हैं ना कि हमारे क्योंकि- बच्चों को शिक्षा मिले, हाँ, इसीलिए तो- वो बाहर बैठे हैं कि तो हमें हमारा अंदर आना स्कूल- जाना। मैंने अपने बच्चों से बात करी थी, उनको बता दिया था कि स्कूल ने कितने सारे चीज़ें उनके लिए करी हैं, और हम अपने बच्चों को चाहते हैं कि वो स्पोर्ट्स में भी और को करिकुलर में भी सब में आगे निकले हैं। सर स्कूल जो है की लेगेसी 78 ईयर्स की लेगेसी है, जहाँ पे हमारे पास बहुत बड़े बड़े नाम हैं जो स्कूल से पढ़ के निकले हैं, जिन्होंने बहुत बड़ा नाम करा है। हमारे स्टैंडर्ड्स बहुत हाई हैं, पेरेंट्स उन स्टैंडर्ड्स को ऊंचा नहीं करने देना चाहते हैं। अगर वो पेरेंट्स स्कूल के स्टैंडर्ड्स को के हिसाब से नहीं अगर चलेंगे तो कैसे काम चलेगा? सर अगर 21 जो एक्सपेल किए गए हैं, अगर 21 तारीख के किसी भी लेटर पे कोर्ट का ऑर्डर आता है, आप उसको भी मानेंगे? तो जो भी मान्य कोर्ट हमें कहेगा हम उसको हमेशा मानेंगे। हम अभी आज भी मान रहे हैं और आगे भी मानते रहेंगे। जो भी 21 तारीख के लेटर के बारे में या किसी भी लेटर के बारे में वो हमसे कहेगा, हमारे लिए कोर्ट से बढ़ के कुछ नहीं है। सर कोई और सोल्यूशन नहीं हो सकता था? एक बच्चों का वो और solution- टीचर्स का एक अच्छा रिश्ता होता है, वो कोर्ट सॉल्यूशन के थ्रू ही आप मानने के लिए कोर्ट सब जुडिस है, मैं इस बारे में ज़्यादा नहीं कह सकता। कोर्ट जैसे हमें कहेगा हम वैसे ही उसको मानेंगे, हमें कोर्ट से बढ़ के कुछ भी नहीं है। सर पेरेंट्स कह रहे थे कि उनको कॉल आया था स्कूल से कि 6 बजे आपने आना है, झूठ तो कोई भी टीचर नहीं झूठ मिला। ये हमेशा शुरू से ही झूठ बोल रहे हैं, और ये इनका गलत बयानी करते हैं। गलत तरीके से ये बाहर भी जो है बच्चों को बैठा रखा है, स्कूल को ये चलाने नहीं देते, ये डिक्टेट करते हैं टर्म्स। स्कूल पेरेंट्स के हिसाब से चलना चाहिए या कायदे के हिसाब से चलना चाहिए, ये सबको डिसाइड करना है। सर और कितने मैं पेरेंट्स media हैं का- जो ऐसा कर रहे हैं? बहुत बहुत थोड़े से, मतलब जो हमारे पास 1500 बच्चे जो स्कूल के कायदे कानून को मान रहे हैं, उनके खिलाफ ये मुश्किल से 18 पेरेंट्स जो है वो उनको खिलाफ है। अब हम 1500 बच्चों के बारे में ध्यान रखें या उन 18, हम तो उन 18 बच्चों के बारे में भी ध्यान रखना चाहते हैं। सर यही कारण है कि इनको पर बाहर वो निकाल- पेरेंट्स स्कूल को नहीं चलाना देना चाहते अच्छी तरह से। सर अभी पेरेंट्स से बात हो रही है किसी बात में? मैं अब कोर्ट में, क्योंकि सब्जुडिस है, मैं कोर्ट को जो भी कोर्ट हमें कहेगा हम उसको मानेंगे, हमेशा मानते रहे हैं, आगे भी मानते रहेंगे, और हमारा न्यायालय के ऊपर बहुत विश्वास है और बहुत सम्मान है जो भी वो करते हैं। धन्यवाद।